ਤੇ ਮੋਦੀ ਸਰਕਾਰ ਦੇ 5 ਸਾਲ ਪੂਰੇ ਹੋਣ ਜਾ ਰਹੇ ਨੇ। ਮੋਦੀ ਸਰਕਾਰ ਦਾ ਆਖਰੀ ਅੰਤਰਿਮ ਬਜਟ ਪੇਸ਼ ਹੋ ਚੁੱਕਿਆ, ਜਿਸ ਦੇ ਵਿੱਚ ਆਸ ਮੁਤਾਬਕ ਆਮ ਲੋਕਾਂ ਨੂੰ ਵੱਡੀ ਰਾਹਤ ਦਾ ਐਲਾਨ ਵੀ ਕੀਤਾ ਗਿਆ। ਖਾਸ ਕਰਕੇ ਘੱਟ ਆਮਦਨ ਵਰਗ ਨੂੰ 5 ਲੱਖ ਰੁਪਏ ਤੱਕ ਆਮਦਨ ਕਰ ਤੋਂ ਛੋਟ ਅਤੇ ਬਜਟ ਖਾਤਿਆਂ ਤੇ ਵਿਆਜ 'ਚ ਛੋਟ ਵੀ ਵਧਾ ਦਿੱਤੀ ਗਈ ਹੈ। ਕੀ ਕੁਝ ਰਿਹਾ ਖਾਸ, ਕੀ ਕੁਝ ਨੇ ਮੁੱਖ ਹਾਈਲਾਈਟਸ ਇਸ ਨੂੰ ਦਰਸਾਉਂਦੀ ਪੇਸ਼ ਹੈ ਸਾਡੀ ਖਾਸ ਰਿਪੋਰਟ। ਆਮਦਨ ਕਰਦਾਤਾਵਾਂ ਦੀ ਵੱਡੀ ਮੰਗ ਹੋਈ ਪੂਰੀ। ਟੈਕਸ ਦੇ ਵਿੱਚ ਛੋਟ ਦੀ ਹੱਦ ਨੂੰ ਸਰਕਾਰ ਨੇ ਵਧਾਇਆ। ਦੁੱਗਣੀ ਹੋਈ ਛੋਟ ਦੀ ਹੱਦ, ਮਿਲੇਗਾ ਵੱਡਾ ਫਾਇਦਾ। 3 ਕਰੋੜ ਮੱਧ ਵਰਗੀ ਕਰਦਾਤਾਵਾਂ ਨੂੰ ਵੱਡੀ ਰਾਹਤ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌਕਰੀ ਪੇਸ਼ਾ ਵਰਗ ਦੀਆਂ ਨਜ਼ਰਾਂ ਬਜਟ ਤੇ ਐਲਾਨਾਂ ਤੇ ਲੱਗੀ ਸੀ ਤੇ ਚੁਣਾਵੀ ਸਾਲ ਹੋਣ ਕਰਕੇ ਟੈਕਸ ਦੇ ਵਿੱਚ ਛੋਟ ਹੱਦ ਵਧਾਏ ਜਾਣ ਦੀ ਉਮੀਦ ਵੀ ਵੱਧ ਸੀ। ਕਈ ਸਾਲਾਂ ਤੋਂ ਮਿਲ ਰਹੀ ਮਾਯੂਸੀ ਦਾ ਅੰਤ ਇਸ ਵਾਰ ਹੋਵੇਗਾ। ਹਰ ਕੋਈ ਬਸ ਇਹੀ ਆਸ ਲਾ ਕੇ ਬੈਠਾ ਸੀ, ਜਿਸ ਨੂੰ ਕਾਰਜਕਾਰੀ ਖਜ਼ਾਨਾ ਮੰਤਰੀ ਪੀਯੂਸ਼ ਗੋਇਲ ਨੇ ਪੂਰਾ ਵੀ ਕੀਤਾ। ਆਪਣੀ ਬਜਟ ਸਪੀਚ ਦੇ ਅਖੀਰਲੇ ਹਿੱਸੇ ਦੇ ਵਿੱਚ ਇਨਕਮ ਟੈਕਸ ਦੀ ਛੋਟ ਹੱਦ ਨੂੰ 2.5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕਰ ਖਜ਼ਾਨਾ ਮੰਤਰੀ ਨੇ ਆਖਰੀ ਗੇਂਦ ਉੱਤੇ ਸਿਕਸਰ ਜੜ ਦਿੱਤਾ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੀਤਾ ਗਿਆ ਮੋਦੀ ਸਰਕਾਰ ਦਾ ਇਹ ਐਲਾਨ ਆਮ ਆਦਮੀ ਲਈ ਵੱਡਾ ਤੋਹਫਾ ਸਾਬਤ ਹੋਣ ਵਾਲਾ ਹੈ। ਪਹਿਲਾਂ ਇਨਕਮ ਟੈਕਸ ਦੇ ਵਿੱਚ ਛੋਟ ਦਾ ਦਾਇਰਾ 2.5 ਲੱਖ ਰੁਪਏ ਤੱਕ ਸੀ, ਯਾਨੀ ਕਿ 2.5 ਲੱਖ ਰੁਪਏ ਦੀ ਸਾਲਾਨਾ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਹੁਣ 5 ਲੱਖ ਰੁਪਏ ਤੱਕ ਦੀ ਆਮਦਨ ਵੀ ਇਨਕਮ ਟੈਕਸ ਫ੍ਰੀ ਹੋ ਗਈ ਹੈ। ਪਹਿਲਾਂ 2.5 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ 5% ਦੀ ਦਰ ਨਾਲ ਟੈਕਸ ਅਦਾ ਕਰਨਾ ਹੁੰਦਾ ਸੀ, ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਧਾਰਾ 80 ਦੇ ਤਹਿਤ 1.5 ਲੱਖ ਰੁਪਏ ਦੇ ਨਿਵੇਸ਼ ਨਾਲ ਵੀ ਟੈਕਸ ਦੇ ਵਿੱਚ ਛੋਟ ਹਾਸਲ ਕੀਤੀ ਜਾ ਸਕਦੀ ਹੈ, ਜਿਸ ਦਾ ਮਤਲਬ ਹੈ 6.5 ਲੱਖ ਰੁਪਏ ਤੱਕ ਦੀ ਕਮਾਈ ਤੇ ਟੈਕਸ ਦੇ ਵਿੱਚ ਛੋਟ ਮਿਲੇਗੀ, ਜਿਸ ਨਾਲ ਮੱਧ ਵਰਗੀ ਨੌਕਰੀ ਪੇਸ਼ਾ ਨੂੰ ਸਾਲਾਨਾ ਤਕਰੀਬਨ 13,000 ਰੁਪਏ ਦੀ ਬਚਤ ਹੋਵੇਗੀ। ਉੱਥੇ ਹੀ 5 ਤੋਂ 10 ਲੱਖ ਰੁਪਏ ਦੀ ਸਾਲਾਨਾ ਇਨਕਮ ਤੇ 20% ਅਤੇ 10 ਲੱਖ ਤੋਂ ਵੱਧ ਦੀ ਸਾਲਾਨਾ ਇਨਕਮ ਉੱਤੇ 30% ਟੈਕਸ ਲੱਗਦਾ ਸੀ, ਜੋ ਹੁਣ ਵੀ ਇਸੇ ਤਰ੍ਹਾਂ ਵਸੂਲਿਆ ਜਾਏਗਾ। Individual taxpayers having taxable annual income up to rupees 5 lakhs will get full tax rebate and therefore will not be required to pay any tax. As a result, even persons having gross income up to rupees 6.5 lakhs may not be required to pay any income tax if they make investments in provident funds, specified savings, insurance, etc. 6.5 लाख तक जब आप ये इन्वेस्टमेंट करते हो तो 6.5 लाख तक भी कोई टैक्स नहीं आएगा अगर आप इन्वेस्टमेंट करते हो स्पेसिफाइड सेविंग्स में। ਮੋਦੀ ਸਰਕਾਰ ਵੱਲੋਂ ਮੱਧ ਵਰਗ ਨੂੰ ਦਿੱਤੀ ਗਈ ਸੌਗਾਤ ਸਿਰਫ ਇਨਕਮ ਟੈਕਸ ਦੇ ਵਿੱਚ ਛੋਟ ਤੱਕ ਨਾ ਰੁਕੀ। ਬਜਟ ਦੇ ਵਿੱਚ 40,000 ਰੁਪਏ ਤੱਕ ਦੇ ਬੈਂਕ ਦੇ ਵਿਆਜ ਉੱਤੇ ਟੈਕਸ ਨੂੰ ਖਤਮ ਕਰ ਦਿੱਤਾ ਗਿਆ। ਪਹਿਲਾਂ ਇਹ ਹੱਦ 10,000 ਰੁਪਏ ਦੀ ਸੀ। ਸਟੈਂਡਰਡ ਡਿਡਕਸ਼ਨ ਦੀ ਲਿਮਟ ਨੂੰ 40,000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤਾ ਗਿਆ। ਦਾਅਵਾ ਹੈ ਕਿ ਇਸ ਨਾਲ 3 ਕਰੋੜ ਨੌਕਰੀ ਪੇਸ਼ਾ ਅਤੇ ਪੈਨਸ਼ਨ ਧਾਰਕਾਂ ਨੂੰ ਟੈਕਸ ਦੇ ਵਿੱਚ 4700 ਕਰੋੜ ਰੁਪਏ ਦਾ ਵਾਧੂ ਫਾਇਦਾ ਮਿਲੇਗਾ। 2 ਘਰਾਂ ਉੱਤੇ ਮਾਲਕਾਨਾ ਹੱਕ ਰੱਖਣ ਵਾਲਿਆਂ ਨੂੰ ਕਿਰਾਏ ਤੋਂ ਹਾਸਲ ਹੋਣ ਵਾਲੀ ਕਮਾਈ ਦੇ ਟੈਕਸ ਦੇ ਵਿੱਚ ਵੀ ਛੋਟ ਦਿੱਤੀ ਗਈ ਹੈ। 6.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਪ੍ਰੋਵੀਡੈਂਟ ਫੰਡ ਅਤੇ ਇਕੁਇਟੀ ਦੇ ਵਿੱਚ ਨਿਵੇਸ਼ ਕਰਨ ਉੱਤੇ ਵੀ ਟੈਕਸ ਤੋਂ ਰਾਹਤ ਮਿਲੇਗੀ। TDS threshold on interest earned on bank or post office deposits is being raised from 10,000 to 40,000 rupees. ये मैं मैडम स्पीकर इसलिए महत्व कह रहा हूँ कि कई हमारे पेंशनर्स हैं, कई महिलाएं हैं जो नौकरी या काम नहीं करती हैं पर उनकी पूंजी बैंक में रखती हैं। उनको TDS के कारण उनको इनकम टैक्स रिटर्न भरना पड़ता था, रिफंड लेना पड़ता था। अब 40,000 तक जब ब्याज मिलेगा बैंक से या पोस्ट ऑफिस डिपॉजिट से, उस पर TDS नहीं होगा। स्टैंडर्ड डिडक्शन इज बीइंग रेज्ड फ्रॉम द करंट 40,000 to rupees 50,000. This will provide additional tax benefit of rupees 4,700 crore to more than 3 crore salary earners and pensioners. I am proposing to exempt levy of income tax on notional rent on a second self-occupied house. ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਰਲ ਕੈਟਾਗਰੀ ਨੂੰ ਰਾਖਵਾਂਕਰਨ ਦੇਣ ਦੇ ਬਾਅਦ ਮੋਦੀ ਸਰਕਾਰ ਦਾ ਇਹ ਦੂਜਾ ਵੱਡਾ ਦਾਅਵਾ ਹੈ। ਪਿਛਲੇ 5 ਸਾਲ ਤੋਂ ਜਨਤਾ ਟੈਕਸ ਦੇ ਮੋਰਚੇ ਉੱਤੇ ਸਰਕਾਰ ਤੋਂ ਰਿਆਇਤ ਦੀ ਉਮੀਦ ਕਰ ਰਹੀ ਸੀ, ਜਿਸ ਨੂੰ ਸਰਕਾਰ ਨੇ
ਠੀਕ ਚੋਣਾਂ ਤੋਂ ਪਹਿਲਾਂ ਪੂਰਾ ਕੀਤਾ ਹੈ। ਬਿਊਰੋ ਰਿਪੋਰਟ, PTC ਨਿਊਜ਼।